जी दोस्तों, आपसे मौजूदा गुजारिश है एक बार हमारे साथ मिलकर दुरूशी पढ़ लें। औज़ुबिल्लाहि मिनश्शैतानिर्रजीम, बिस्मिल्लाहिर्रहमानिर्रहीम। अल्लाहुम्मा सल्लि अला सय्यदिना मुहम्मदिन व अला आलि सय्यदिना मुहम्मदिन व बारिक वसल्लिम। या हय्यु या क़य्यूम ला इलाहा इल्ला अंता सुब्हानका इन्नी कुन्तु मिनज़ ज़ालिमीन। अमजद अली ऑफिशियल चैनल देखने वाले मेरे तमाम दोस्तों को अस्सलाम वालेकुम। मौसम अगर आप उम्र के हिस्से में अभी कबूतर नए सिरे से रखें, समझ लें आपके पास कबूतर नहीं है, तो आप कौन से कबूतरों से स्टार्ट करेंगे? हम तो इन मियाँ साहब वाले ही लाया करांगे। कौन से वाली ब्रीड? गोल्डन को लेकर टैडी ਜਿਹੜੇ ਹੁਣ ਡੱਬ ਵਾਲੇ ਬਣੇ ਮੀਆਂ ਨਜ਼ੀਰ ਸਾਹਿਬ ਵਾਲੇ ਨਜ਼ੀਰ ਸਾਹਿਬ ਇਹ ਤੇ ਹੋ ਗਿਆ ਨਾ ਮਿਕਸ। ਇੱਕ ਬਰੀਡ ਤੁਸੀਂ ਦੱਸੋ ਜਿਹੜੀ ਤੁਸੀਂ ਫਾਈਨਲ ਕਰੋ, 골ਡਨ ਮਿਸੇ ਜਾਂ ਡੱਬ ਵਾਲੇ? ਵੇਖੋ ਜੀ ਇਹ ਸਾਰੇ ਜੀ ਪੰਜਾਬ ਨਸਲਾਂ ਨੇ, ਵੱਧ ਤੋਂ ਵੱਧ ਨੇ ਜੀ। ਇਹ ਚਾਰੇ ਇਹਨਾਂ ਦਾ ਮੂਲ ਹੀ ਨੇ 골ਡਨ। बड़ी अच्छी, बड़ा अच्छा जवाब दिया। अगर आप एक नस्ल को फाइनल करते तो मैंने ये कहना था कि आप नहीं जी, ਇਹਨਾਂ ਦਾ ਮੂਲ ਹੀ ਕੋਈ ਨਹੀਂ ਹੈ। ਚਾਰੇ ਨਸਲਾਂ ਹੀ ਜਿਹੜੀਆਂ ਨੇ ਸੁਪਰ ਹਿੱਟ ਨਸਲਾਂ। ਪਹਿਲੇ ਤੇ ਉਹਨਾਂ ਦੇ ਇਹ ਸੀ, ਇਹ ਡੱਬ ਵਾਲੇ ਤੇ ਜਿਹੜੇ 골ਡਨ ਆ ਹੈਗੇ ਨੇ ਨਾ ਡੱਬ ਵਾਲੇ, ਇਹ ਤਾਂ ਕੋਈ ਜਿਵੇਂ ਮੀਆਂ ਸਾਹਿਬ ਨੇ ਆਪਣੀ ਹਯਾਤੀ ਦੇ ਅਖੀਰ ਤੇ ਬਣਾਏ ਨੇ। ਸਹੀ। ਮਗਰ ਮੇਨ ਤੇ ਪਹਿਲੇ ਟੈਡੀ ਤੇ 골ਡਨ ਤੇ ਬਾਕੀ ਜਿਹੜੇ ਹੁਣੇ ਕੁਲਸਿਰੇ ਕੁਲਦੁੰਗੇ ਡੱਬ ਵਾਲੇ ਤੇ ਤੁਹਾਨੂੰ ਦੱਸਿਆ ਸ਼ੇਖ ਜ਼ਫਰ ਸਾਹਿਬ ਦੇ ਕਬੂਤਰ ਸਨ। ਤੇ ਹੌਲੀ ਹੌਲੀ ਕੱਢ ਦੇਗਾ ਅੱਲਾਹ ਪਾਕ ਉਹਨਾਂ ਨੂੰ ਜੰਨਤ ਦੇਵੇ। ਉਹਨਾਂ ਦੇ ਕਬੂਤਰ ਸਨ ਜੀ ਡੱਬ ਵਾਲੇ, ਸਾਡੇ ਕੋਈ ਨਹੀਂ ਸੀ ਹੈਗੇ। ਅੱਗੋਂ ਸਾਡੇ ਬਜ਼ੁਰਗਾਂ ਨੇ ਇਹਨਾਂ ਨੂੰ ਬਣਾ ਲਿਆ ਅੱਛੇ ਤਰੀਕੇ ਨਾਲ। सही। मोहतरम मियाँ साहब के पास गोल्डन कबूतर कहाँ से आए थे? एक इंटरव्यू में इन्होंने बताया था कि इनके पास ये गोल्डन कबूतर कहीं से आए थे और इनकी दुम्में बड़ी थी, आंखें भी तेज थी। ये क्या कबूतर थे? ये क्या कबूतर थे? ਵੇਖੋ ਜੀ कैसे कबूतर थे? ਇਹ ਮੀਆਂ ਸਾਹਿਬ ਉਹਨਾਂ ਨੇ ਸਾਡੇ ਜਿਹੜੇ ਦਾਦਾ ਜੀ ਸੀ ਨਾ जी, ਉਹਨਾਂ ਉਸ ਦੌਰ ਦੇ ਵਿੱਚ ਕਬੂਤਰਾਂ ਦੀ ਖਰੀਦ ਕੀਤੀ ਏ। ਜਦੋਂ 1000 ਰੁਪਇਆ ਕਿੱਲਾ ਜ਼ਮੀਨ ਏਕੜ ਖਰੀਦਣੇ ਹਾਂ ਤਾਂ 200 ਦਾ ਕਬੂਤਰ ਖਰੀਦ ਲਿਆਉਂਦੇ ਸੀ। अच्छा। ਇਹ ਘਰ ਦੇ जुनून दी हद तक शौक सी। ਇੰਨਾ ਜਨੂਨ, ਉਹਨਾਂ ਨੇ ਤਕਰੀਬਨ 50-50 100 ਕਬੂਤਰ ਖਰੀਦ ਲੈਣਾ। सही। ਵੀ ਜਿੱਥੇ ਕਿਸੇ ਦੇ ਅੱਛੇ ਹੋਣੇ ਨੇ ਉਰਾਂ ਪਰਾਂ 200 ਰੁਪਏ ਦਾ ਵੀ ਉਸ ਦੌਰ ਦੇ ਵਿੱਚ ਤੁਸੀਂ 70 ਦੇ ਵਿੱਚ ਲੈ ਆਉਂਦੇ ਸੀ। सही। 70 ਦੇ ਵਿੱਚ ਇਹਨਾਂ ਨੇ 1000 ਰੁਪਇਆ ਏਕੜ ਗੁਲਬਰਗ ਵਾਲੀ ਜ਼ਮੀਨ ਖਰੀਦੀ ਸੀ। सही सही सही। ਮਗਰ ਉਹ ਇਹ ਹੁੰਦਾ ਕਿ ਇਹਨਾਂ ਕੋਲ 골ਡਨ ਐਵੇਂ ਹੀ ਆਏ ਕਿ ਇਹ ਜਿਹਨਾਂ ਨੇ ਸਹੀ 골ਡਨ ਕਬੂਤਰ ਬਣਾਏ ਨਾ जी। ਇੱਕ ਮੀਆਂ ਸਾਹਿਬ ਵਾਲਾ ਮੋਤੀਆਂ ਵਾਲਾ ਸੀ, ਜਿਹਨੂੰ ਬਾਬੇ ਚਰਾਗ ਸ਼ਾਹ ਵਾਲਾ ਕਹਿੰਦੇ ਸੀ, ਵਾਲਦ ਸਾਹਿਬ ਵਾਲਾ ਸਾਹਿਬ ਵਾਲਾ। ਇੱਕ ਇਹਨਾਂ ਨੂੰ ਇਹਨਾਂ ਦਾ ਦੋਸਤ ਸੀ ਯਾਦ ਕਸੂਰ, अच्छा। ਉਹਦੇ ਕੋਲ ਬੱਚਾ ਆਇਆ ਸੀ 골ਡਨ ਕਿਤੇ, ਜਿਹੜਾ ਮੀਆਂ ਨਜ਼ੀਰ ਵਾਲੇ ਬਣੇ। सही। ਉਹਨਾਂ ਕੋਲ ਜਦੋਂ ਬੱਚਾ ਉੱਡਿਆ ਉਹਨੇ ਕਸੂਰ ਨੂੰ ਵਿੰਨ ਕਰ ਦਿੱਤਾ, ਮਿਸਤਰੀ ਹੁੰਦੇ ਨਾ ਬਾਜ਼ੀਆਂ ਨਾ ਲਾਉਣ। सही। ਉਹ ਇੱਕ ਡੱਬ ਵਾਲਾ ਕਬੂਤਰ ਲਿਆਇਆ ਸੀ, ਉਹਦੇ ਕੋਲ 2 ਕਬੂਤਰ ਬੜੇ ਉੜਦੇ ਸੀ। सही। ਤੇ ਉਹ ਜਦੋਂ ਉਹਨੇ ਮਾੜਾ ਸੀ ਉਹ ਦੋਵੇਂ ਕਬੂਤਰ ਮੀਆਂ ਸਾਹਿਬ ਨੂੰ ਨਾ ਗਿਫਟ ਲੈ ਆਇਆ। ਉਹਨੇ ਕਿਹਾ ਮੀਆਂ ਸਾਹਿਬ ਮੇਰੇ ਕੋਲ ਇਹਨਾਂ ਤੋਂ ਅੱਛੇ ਕੋਈ ਨਹੀਂ। सही। ਉਹ ਫਿਰ ਆਏ ਡੱਬ ਵਾਲੇ, ਉਹ ਵੀ ਹੈਗਾ ਜਿਵੇਂ ਟੈੜੀਆਂ 'ਚ ਕਰਾ ਦਿੱਤੇ ਚੱਲਦੇ ਆਏ। ਮਗਰ ਜਿਹੜਾ ਮੀਆਂ ਨਜ਼ੀਰ ਵਾਲਾ ਜਿਹੜੇ ਡਾਕੂ ਬਣੇ, ਇਹਨਾਂ ਦੇ ਵਿੱਚ ਇਹਨਾਂ ਨੇ ਆਪਦੀ ਉਹ ਸਾਧਨਾ ਵਗੈਰਾ ਤੇ ਉਹ ਮੇਲ ਦਿੱਤੇ। ਉਹ ਜਿਹੜੇ ਨਾਲ ਨਰ ਮਾਦੀ ਨਾਲ ਲੱਗ ਜਾਂਦਾ ਸੀ ਉਹ ਕਹਿੰਦਾ ਸੀ ਕਿ ਮੈਂ ਨਹੀਂ ਟੁੱਟਣਾ। सही। बहुत अच्छा। ਹੈ ਤਾਂ ਮੀਆਂ ਸਾਹਿਬ ਦੀ ਇਹ ਆਦਤ ਹੁੰਦੀ ਸੀ, ਉਹ 4-6 ਕਢਾਉਂਦੇ ਸੀ, ਉਹ ਨਰ ਨੂੰ ਵੀ ਤੋੜ ਲੈਂਦੇ ਸੀ, ਮਾਦੀ ਨੂੰ ਕਹਿੰਦਾ ਔਰ ਇਸसे आगे। और इससे आगे। अच्छा, अभी एक सवाल आखिरी अभी पूछता हूँ, थोड़ी देर ब्रेक करते हैं कि मियाँ साहब कबूतर उड़ाने के लिए कौन सी लकड़ी का डंडा रखते थे? ਲੱਕੜੀ ਦਾ ਡੰਡਾ ਉਹ ਕਹਿੰਦੇ ਸੀ ਕਿ ਇਹਨੂੰ ਨਾ ਐਸਾ ਡਾਓ। ਮਿਸਾਲ ਹੈ ਅੱਜ ਉਹ 2 ਵਜੇ ਬੈਠਾ, जी। ਗਰਮੀ ਹੈ, ਉਹਨੇ ਕਹਿਣਾ ਇਹਨੂੰ ਡਾਓ सही। ਨਾਗੇ ਤੇ। हाँ जी। 4 ਵਜੇ ਵੀ ਬੈਠਾ ਉਹਨੇ ਕਹਿਣਾ ਡਾਓ, 6 ਵਜੇ ਵੀ ਬੈਠਾ ਡਾਓ, 7 ਵਜੇ ਵੀ ਬੈਠਾ ਉਹਨੇ ਕਹਿਣਾ ਇਹਨੂੰ ਡਾਓ। सही। ਮੀਆਂ ਸਾਹਿਬ ਇਹ ਜਦੋਂ ਦੀ ਬੱਲੇ ਬੱਲੇ ਵੇਖ ਲੈਂਦੇ ਸੀ ਨਾ, ਫਿਰ ਉਹਨਾਂ ਕਦੀ ਕਹਿਣਾ ਹੁਣ ਇਹਨੂੰ 2 ਨਾਗੇ ਪਾ ਲਓ। सही। ਵੀ ਚਲੋ ਹੁਣ ਇਹਦਾ ਐਂਡ ਵੇਖ ਲਿਆ, ਪਿਛਾਂ ਨੂੰ ਨਹੀਂ ਮੁੜਦਾ। ਫਿਰ ਉਹਨਾਂ ਨੇ ਆਪਦਾ ਪਾਣੀ ਵਗੈਰਾ ਜਿਹੜੇ ਠੰਡੇ ਉਦੋਂ ਫੇਰਦੇ ਸੀ हाँ जी। ਤੇ ਆ ਕੇ ਉਹਨੂੰ ਨਾ ਰੋਕ ਲੈਣਾ ਵੀ 12 11 12 1 ਵਜੇ ਤੇ ਲੈ ਆਉਣਾ। सही। ਤੇ ਜਦੋਂ ਬਾਜ਼ੀ ਹੋਣੀ ਹੈ ਇੱਕ ਅੱਧਾ ਦਿਨ ਉਹਨਾਂ ਬਾਜ਼ੀ ਤੋਂ ਪਾਣੀ ਬੰਦ ਕਰਕੇ ਉਹਨਾਂ ਨੇ ਉਵੇਂ ਡਾਣਾ, ਜ਼ਰਾ ਕਬੂਤਰ ਨੇ ਵਧਣਾ। ਫਿਰ ਉਹ ਤੁਹਾਨੂੰ ਪਤਾ ਹਰ ਕੋਈ ਆਪਦਾ ਗਰਮ ਵੀ ਕਰਦਾ ਠੰਡਾ ਵੀ ਕਰਦਾ, ਉਹ ਫਿਰ ਉਵੇਂ ਉਹਨਾਂ ਨੇ ਡਾਉਣਾ ਸ਼ੁਰੂ ਕਰਤਾ। उस्ताद जमील साहब, आपसे ये सवाल है, कौन सी लकड़ी का डंडा आपने देखा? ਪਹਿਲਾਂ ਤਾਂ ਜੀ मियाँ नज़ीर साहब इस्तेमाल ਸਭ ਤੋਂ ਪਹਿਲਾਂ ਤਾਂ ਜੀ ਕਾਨਾ ਇਸਤੇਮਾਲ ਕਰਨੇ ਹੁੰਦੇ ਆ। ਹਾਂਜੀ, ਕਾਨੇ ਹੁੰਦੇ ਸੀ ਜੀ, ਬੜੇ ਬਿਹਤਰੀਨ ਕਾਨੇ ਜੀ। ਦਾਦਾ ਜੀ ਪੰਡਾਂ ਦੀਆਂ ਪੰਡਾਂ ਮੰਗਵਾਉਂਦੇ ਹੁੰਦੇ ਸੀ। अच्छा। ਕਾਨੇ ਇਸਤੇਮਾਲ ਕਰਨੇ ਆ। अच्छा।
ਫਿਰ ਕਾਨੇ ਦੇ ਉੱਤੋਂ ਫਿਰ ਵੇਖਿਆ ਇਹ ਮਜ਼ਬੂਤ ਡੰਡਾ ਕਿਹੜਾ ਹੈ, ਢੀਂਜਣ ਦੀ ਸੋਟੀ ਆ ਗਈ। ਛੋਟੀ ਆ ਜਾਣੀ। ਹਾਂਜੀ ਤੁਸੀਂ ਹੁਣ ਸਵਾਲ ਕੀਤਾ ਪੂਰਾ ਜਵਾਬ ਲੈਣਾ, ਫਿਰ ਇਹ ਢੀਂਜਣ ਦੀ ਸੋਟੀ ਇਸਤੇਮਾਲ ਉਹ ਵੀ ਪੰਡਾਂ ਦੀਆਂ ਪੰਡਾਂ ਆ ਜਾਣੀਆਂ ਕਰਨੀਆਂ। ਅਸੀਂ ਤਾਂ ਬੱਚੇ ਹੁੰਦੇ ਹਾਂ, ਅਸੀਂ ਤਾਂ ਬੜੇ ਰਾਜੀ ਹੋਣਾ ਕਰਨਾ, ਨਾਲ ਗੁੱਡੀਆਂ ਲੁੱਟਾ ਕਰਾਂਗੇ, ਨਾਲੇ ਡਾਵਾਂ ਕਰਾਂਗੇ। ਸਹੀ। ਫਿਰ ਉਸ ਤੋਂ ਬਾਅਦ ਵੇਖਿਆ ਕਿ ਢੀਂਜਣ ਦੀ ਸੋਟੀ ਨਾਲ ਵੀ ਕੰਮ ਜਿਹੜਾ ਨਾ, ਫਿਰ ਬਾਂਸ ਦੀ ਸੋਟੀ ਰੱਖ ਲਈ ਸੀ। ਸਹੀ। ਫਿਰ ਬਾਂਸ ਦੀ ਸੋਟੀ ਜਿਹੜੀ ਫਿਰ ਛੱਡੀ ਨਹੀਂ ਸੀ ਉਹਨਾਂ ਨੇ, ਫਿਰ ਬਾਂਸ ਦੀ ਸੋਟੀ ਦਾ ਹੀ ਕੰਮ ਚੱਲਦਾ ਰਿਹਾ। ਫਿਰ ਹੁਣ ਤੱਕ ਵੀ ਸਾਡੀ ਜਿਹੜੀ ਥਿਊਰੀ ਉਹਦੇ ਚ ਬਾਂਸ ਦੀ ਸੋਟੀ ਹੈ दोस्तों, लिहाज नहीं करना है। डंडे का भी इस्तेमाल मैंने आपको बता दिया। थोड़ी देर ब्रेक करेंगे उस्ताद जी से, फिर नेक्स्ट क्वेश्चन करते हैं उस्ताद जी से। जी उस्ताद मोहतरम, नेक्स्ट क्वेश्चन है आपसे, बड़ा दिलचस्प सवाल है, बड़ा सोच समझ के जवाब दीजिएगा इसका। मियाँ साहब की रोजा नाम की एक ब्रीड है, क्या ये हिंदी फिल्म रोजा से मुतासर होकर रखी गई थी, जैसे एक ब्रीड साधना भी एक इंडियन फिल्म की हीरोइन के नाम पर रखी गई थी? ऐसा महसूस होता है कि मियाँ साहब हिंदी फिल्मों के काफ़ी शौकीन थे, ये बात दुरुस्त है? ਇਹ ਜੀ ਇਹਦਾ ਜਵਾਬ ਇਹ ਆ ਕਿ ਉਹ ਪੰਜਾਬੀ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਜਿਵੇਂ ਉਹ ਬੱਕਰੇ ਦੀ ਓਜਰੀ ਨਹੀਂ ਹੁੰਦੀ जी जी। ਹੈ। हाँ जी। ਇਹ ਸਵਾਲ ਫਿਲਮ ਤੋਂ ਮੁਤਾਸਰ ਕੀ ਹੋਣਾ, ਲੇਕਿਨ ਫਿਲਮਾਂ ਵੀ ਦੇਖਦੇ ਸਨ, ਜ਼ਿੰਦਗੀ 'ਚ ਇੰਜੋਏ ਕਰਦੇ ਸਨ। ਅਸੀਂ ਸਾਰਾ ਖਾਨਦਾਨ ਟੀਵੀ ਮਾਸ਼ਾਅੱਲਾ ਰੱਖੇ ਹੁੰਦੇ ਸੀ, ਬੜਾ ਅੱਛਾ ਮਾਹੌਲ 'ਚ ਮੂਡ ਦੇ ਵਿੱਚ ਉਸਤਾਦ ਰਹਿੰਦੇ ਹੁੰਦੇ ਸਨ। ਇਹ ਫਿਰ ਜਿਹੜਾ ਲਫ਼ਜ਼ ਸੀ ਉਸਤਾਦ ਮੀਆਂ ਰਊਫ ਸਾਹਿਬ ਨੇ ਬੋਲਿਆ ਸੀ, ਉਹ ਇਹ ਸ਼ੌਕ ਹੋ ਰਿਹਾ ਸੀ ਇਹਨਾਂ ਨਾਲ, ਚੌਧਰੀ ਸਖੀ ਭੱਟੀ ਸਾਹਿਬ ਨਾਲ। ਇਸ ਤਰ੍ਹਾਂ ਕਿ ਕਬੂਤਰ ਬਹਿ ਗਿਆ ਤੇ ਜਿਵੇਂ ਕੋਈ ਆਖਰੀ ਕਬੂਤਰ ਜੇ ਇੱਕ ਉੱਤੇ ਸੀ ਜਾਂ ਦੋ ਉੱਤੇ ਸੀ, ਤੋ ਜਿਵੇਂ ਆਂਦੇ ਨੇ ਉਹਨੇ ਆ ਵੀ ਇਹ ਜਿਹੜਾ ਨਾ ਰੋਜਾ ਪਾੜ ਦੇਗਾ, ਹੈ ਵੀ ਇਹ ਜਿੱਤ ਕੇ ਬਵੇਗਾ। ਮੀਆਂ ਰਊਫ ਸਾਹਿਬ ਦੇ ਡਾਇਲੌਗ ਸਾਨੂੰ ਬੜੇ ਪਿਆਰ ਨਾਲ, ਆਪਦੇ ਭਰਾ ਦੇ ਨਾਲ ਸੀ ਉਹ, ਫਿਰ ਉਸ ਨਾਂ ਤੋਂ ਨਾ ਜਿਵੇਂ ਨਾਂ ਹੀ ਪੈ ਗਿਆ। ਉਹ ਐਸਾ ਕਬੂਤਰ ਸੀ, ਬੱਚਾ ਹੀ ਪੁੱਟਿਆ ਸੀ 6 ਕਲੀ ਦਾ, ਤੇ ਪਹਿਲਾ ਹੀ ਜੋੜੇ ਦਾ ਨਿਕਲਿਆ ਸੀ। ਤੇ ਉਹ ਟੈਡੀ ਤੇ ਜਿਵੇਂ ਨਾ ਡਾਹ ਵਾਲੇ ਦੇ ਕਰਾਚ ਸੀ, ਤੇ ਉਹ ਜਦੋਂ ਉੜਦਾ ਸੀ, ਖੀਰ ਉੜਦਾ ਸੀ ਉਹ, ਤੇ ਉਹਨੇ ਬਹਿਣਾ ਸ਼ਾਮ ਨੂੰ ਹੀ ਹੈ, ਤੇ ਇਹਨਾਂ ਕਹਿਣਾ ਵੀ ਇਹ ਰੋਜਾ ਪਾੜ ਦੇਗਾ, ਢਿੱਡ ਪਾੜ ਦੇਗਾ, ਰੋਜਾ ਪਾੜ ਦੇਗਾ। ਉਹਦੇ ਉੜਦਾ ਲੋਕਾਂ ਨੂੰ ਨਾ ਮਿਲਿਆ, ਕਿਉਂਕਿ ਉਹ ਇੱਕ ਦਿਨ ਇਵੇਂ ਫਿਰਤਾਂ ਦੇ ਵਿੱਚ ਆਇਆ, 7 ਵਜੇ ਆਇਆ, ਆ ਕੇ ਹਿੱਟ ਮਾਰ ਗਿਆ। ਫਿਰ ਕੋਈ 7:30 ਵਜੇ ਆਇਆ, ਪਤਾ ਨਹੀਂ ਹੁੰਦਾ, ਨਹੀਂ ਤੇ ਅੱਗੇ 7 ਸਵਾ 7 ਚ ਬਹਿ ਜਾਂਦਾ ਸੀ। ਫਿਰ ਉਸ ਦਿਨ ਫਿਰ ਹਿੱਟ ਮਾਰੀ, ਰਾਤ ਰਿਹਾ, ਉਜ਼ਾਇਆ ਹੋ ਗਿਆ, ਦਿਨੇ ਨਾ ਵਾਪਸੀ ਹੋਈ। ਉਹਦੇ ਤੋਂ ਇਹ ਰੋਜੇ ਨਸਲ ਉਸਦਾ ਨਾਂ ਰਖੀਚਾ। ਉਹ ਫਿਰ ਜਿਵੇਂ ਤੁਹਾਂ ਸਕੂਲ ਵਾਲੀ ਗੱਲ ਹੈ ਵੀ ਸਕੂਲ ਵਾਲਾ ਨਾਂ ਰੱਖਿਆ ਗਿਆ, ਐਵੇਂ ਹੀ ਉਹ ਰੋਜਾ ਰੱਖਿਆ ਗਿਆ ਨਾਂ। ਉਹ ਫਿਰ ਜਿੱਥੇ ਵੀ ਉਸਤਾਦ ਨੇ ਦੇਣਾ, ਉਹਨੇ ਕਹਿਣਾ ਵੀ ਇਹ ਉਹ ਰੋਜਾ ਨਸਲ ਹੈ, ਜਾਂ ਧਿਆਨੀ ਵਾਸਤੇ ਨਾ ਫਿਰ ਉਹ ਆ ਜਾਂਦੇ ਨੇ ਫਲਾਣੇ ਦਾ ਫਲਾਣੇ ਫਿਰ ਇਹਦੇ ਤੋਂ ਰੋਜਾ ਨਾਂ ਰਖੀਚ ਗਿਆ ਨਸਲ ਦਾ। अच्छा साहब, मतलब रोजा नस्ल की पहचान, मतलब इसका कलर कौन सा था रोजा नस्ल का? ਇਹ ਜਿਵੇਂ ਆ ਤੁਸੀਂ ਸਮਝ ਲਓ ਡਾਹ ਵਾਲਾ ਤੇ ਟੈਡੀ ਕਰਾਸ ਸੀ, ਜਾਂ ਜਿਵੇਂ ਲਾਲ ਪਰੀ ਨਿਕਲਦੇ ਨੇ ਫਿੱਕੇ ਗਏ, ਆ ਜਿਵੇਂ ਆ ਫਿਰਦੇ ਪਏ ਨੇ, ਕਿਉਂਕਿ ਇਹਦੇ ਚ ਤੇ ਇਹ ਹੀ ਸੀ ਰੋਜਾ ਨਸਲ। ਮਿਸਾਲ ਫਿੱਕਾ ਹੋ ਗਿਆ, ਕੋਈ ਗਾੜਾ ਹੋ ਗਿਆ, ਸਲਾਰੇ ਜਾਂ ਬਣ ਜਾਂਦੇ ਸਨ, ਸਲਾਈਆਂ ਵਾਲੇ ਹੋ ਜਾਣੀਆਂ। ਕੋਈ ਉਹਨਾਂ ਚ ਸਲਾਰਾ ਵੀ ਨਿਕਲ ਆਉਂਦਾ ਸੀ, ਕੋਈ ਜਰਾ ਚਿੱਟੇ ਪਿੰਡੇ ਚ ਵੀ ਕਰਾਸ ਦੀ ਟੈਡੀ ਸੀ, ਕੋਈ ਕਾਲੇ ਜਰਾ ਬਹੁਤੇ ਗਹਿਰੇ ਨਿਕਲ ਆਉਂਦੇ ਸੀ, ਜ਼ਿਆਦਾਤਰ ਉਹ ਨਿਕਲਦੇ ਸੀ ਇਹ ਫਿੱਕੇ ਗਾ, ਜਿਵੇਂ ਆਮ ਇੱਕ ਰੂਟੀਨ ਹੈ ਅਡਾਉਣ ਵਾਲੇ, ਕਿਉਂਕਿ ਉਸਤਾਦ ਨੇ ਬਣਾਇਆ ਹੀ ਡਾਉਣ ਵਾਲਾ ਪਰ ਸੀ। ਫਿਰ ਅਗਾ ਉਹਨੇ ਉਸਤਾਦ ਨੇ ਕਰਾਸ ਵੀ ਦਿੱਤੇ, ਰੱਖੇ ਵੀ, ਆਪਾਂ ਮੈਂ ਵੀ ਡਾਏ ਲਾਲ ਪਰੀਆਂ ਦੇ ਵਿੱਚ ਪਾਏ, ਕਿਉਂਕਿ ਲਾਲ ਪਰੀ ਹੋਰ ਨਸਲ ਸੀ, ਰੋਜਾ ਹੋਰ नस्ल सी। सही 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 हैं सही। मगर वो ये में चलता रहा निजाम। माशाल्लाह, जिस भाई ने सवाल किया था उसे अच्छे तरीके से समझ लग गई होगी। तो साथ में मतलब नेक्स्ट क्वेश्चन आपसे, क्या मियाँ साहब खुद कबूतर उड़ाया करते थे या शागिर्द उनके कबूतरों को अपनी छतों पर उड़ाते थे? इनकी सर एक अपनी छत भी सुना था कि इनकी एक अपनी छत भी थी जहाँ पर वो कबूतर खुद उड़ाकर चेक किया करते थे, क्या ये बात दुरुस्त है? नहीं जी, हमारी, मैं जवाब दे रहा हूँ आपको जी। एक छत नहीं माशाल्लाह जी जी, ये भी जो छत थी ना, ये सफदर साहब के वालिद थे हमारे मामू बड़े मियाँ मीर साहब, यहाँ भी रखे थे जी। बाहर अड्डे पे गोदाम थे जी, वहाँ भी हमारी एक छत थी, घर में भी हमारी एक छत थी, एक फिर वो मंदिर वाली हमारी छत बड़ी मशहूर थी। छत बनाई हमारी तकरीबन 3-4 छतें थी जहाँ से उस्ताद अली शौक करते थे, और उनकी जेर निगरानी हम सब बच्चे उड़ाते थे, भाई उड़ाते थे,
सभी उन्हीं का ही शौक था उस्ताद जी खानदान का। के जो दोस्त अपने अजीजों का मगर- इन्होंने अपने अपने कबूतर रखे हुए हाँ थे जी, और वो सारे मगर मियां साहब की दी- हाँ जी, जड़ी- जेरे निगरानी उनके ही थे, वहां से बच्चे लेते थे। ਜਿਹੜੀ सही, ਵੱਡੀ ਖੀਰ हाँ। ਛੱਤ ਮੀਆਂ ਸਾਹਿਬ ਦੀ ਉਹ 12 वो- ਸੀ फिर एंड पे वो कसूर चले गया ना, जैसा कि ਛੱਡ ਕੇ ਉਧਰ ਵੀ ਸ਼ੌਕ जैसा कि हमने एक पिछली वीडियो में आपको बताया था कि हमारा जैसे ना शौक था, जो मिस्त्रियों के साथ शौक चल रहा था, जी। ललियानी से होता था, जी। तो कुछ इख्तलाफात राय हो जाती थी, जी ये कबूतर ऐसे, आपका मौसम ऐसे आ। फिर वहां जाकर वो जमीन थी, वहां ली बुजुर्गों ने, दादाजी ने, हाजी मियां मोहम्मद साहब सही। साहब ने, फिर वहां वो छत बनाई और मियां नजीर साहब ने वहां कह लें कि पंजाबी में धड़ल्ले से शौक किया, वहां पर धड़ल्ले से, जो रोजाना 200-300 कबूतर रोजाना उड़ाते थे हम, सही सही इतने कबूतर उड़ते थे, बड़ा देखो जी, जबरदस्त। वहां तो आखिरी- एंड कर दिया ना कबूतर उड़ाने का ਆਖਰੀ उन्होंने। ਬਾਜ਼ੀ ਜਦੋਂ ਉਹਨਾਂ ਨੇ ਸੱਤ ਛੱਡੀ ਹੈ ਨਾ, जी ਉਦੋਂ ਬਾਉਲ ਛੀਦੇ ਨਾਲ ਬਾਜ਼ੀਆਂ ਲੱਗੀਆਂ ਸੀ सही ਤੇ ਉਹ ਸਾਡੇ ਤੋਂ ਉਸ ਦਿਨ ਤੀਸਰੀ ਬਾਜ਼ੀ ਵਾਲੇ ਦਿਨ ਨਾਲ ਕਤਲ ਹੋ ਗਿਆ। हाँ? बड़ा अफसोस होया सुन के हाँ। बहुत छीदा टैडी साहब ਟੈੜੀ ਉਹ ਦੋ ਛੀਦੇ ਸੀ ਨਾ, ਇੱਕ ਟੈੜੀ ਛੀਦਾ ਇੱਕ ਬਾਉ ਬਾਊ ਛੀਦਾ ਸੀ। ਸੀ, ਦੋਨੋਂ ਚਾਚਾਜ਼ਾਦ, ਉਹ ਵੀ ਭਾਈ ਸੀ, अच्छा कजन सना ਕਜ਼ਨ ਸੀ। ਖਾਤਾ ਉਹਨਾਂ ਉਹਨਾਂ ਦਾ ਇੱਕ ਹੀ ਬਾਜ਼ੀਆਂ ਹੁੰਦਾ ਸੀ ਉੱਡਣੀਆਂ ਸਾਰਿਆਂ ਦਾ। ਸੀ। ਉਹ ਬਾਅਦ ਚ ਬਾਜ਼ੀਆਂ ਉਸਤਾਦ ਹੁਣੀ ਤੇ ਆਪ ਤੇ ਸਾਰੇ ਜਿਵੇਂ ਨੱਸ ਜਾਂਦੇ ਨੇ ਹਾਂਜੀ। ਇਹ ਵਕੂਆਂ ਚ, सही सही ਉਹ ਬਾਅਦ ਚ ਬਾਬੇ ਸਤਾਰ ਨੇ ਲਾਈਆਂ, ਬਾਕੀ ਦੀਆਂ ਮੁਕੰਮਲ ਕਰਕੇ ਜਿੱਤ ਲਈਆਂ, ਕਿਉਂਕਿ ਪਹਿਲੀ ਤੇ ਦੋ ਇਹਨਾਂ ਹੀ ਜਿੱਤ ਲਈਆਂ ਸੀ ਤੇ ਉਸ ਤੋਂ ਬਾਅਦ ਫਿਰ ਆਪਦੀ ਛੱਤ ਤੇ ਰਹੀ ਨਾ, सही फिर दुश्मनी चल गई ना, फिर उत्थे दुश्मनी तुसी- चल गई। ਇਹ ਹੁਣ ਆਣ ਕੇ ਉਹ ਉਸ ਸੁਲਾਹ ਹੋ ਤੋਂ ਗਈ ਬਾਅਦ ਜੀ ਸਾਰੀ, ਜਿਵੇਂ ਦੋਸਤਾਂ ਤੁਹਾਨੂੰ ਦੀਆਂ ਦੱਸਿਆ। ਤੇ ਕਦੀ ਸਬਦਰ ਟੈਂਟਾਂ ਵਾਲੇ ਦੇ ਚਲੇ ਜਾਣਾ, ਕਦੀ ਹਾਜੀ ਲਿਆਕਤ ਦੀ ਛੱਤ ਤੇ, ਸਹੀ। ਕਦੀ ਨਿਜਾਬ ਹੈਦਰ ਦੀ ਛੱਤ ਤੇ, सही ਕਦੀ ਮੀਆਂ ਤਹਿਰ ਦੀ ਛੱਤ ਤੇ ਚਲੇ ਜਾਣਾ। ਦੋ ਸਵੇਲੀ ਆਉਂਦੇ ਸੀ, ਜਿਵੇਂ ਸਾਰੇ ਹੀ ਆ ਕੇ ਲਿਜਾਂਦੇ ਸੀ, सही ਚੇਅਰਮੈਨ ਨੇ ਆਪਦੇ ਲੈ ਜਾਣੇ ਨੇ ਬੱਚੇ ਉਦੋਂ। ਤੇ ਉਸ ਤੋਂ ਬਾਅਦ ਤੇ ਸਾਲ ਦੀਆਂ ਬੇਬਾਲ ਛੱਤਾਂ ਹੋ ਗਈਆਂ ਸ਼ਾਗਿਰਦਾਂ ਦੀਆਂ, ਕਿਉਂਕਿ ਪਹਿਲੇ ਵੀ ਦਿੰਦੇ ਸੀ ਸ਼ਾਗਿਰਦਾਂ ਨੂੰ, ਆਪਦੇ ਡਾਉਂਦੇ सर जी ਸੀ। ये बड़ा अच्छी बात आपने की है कि शागिर्द लेके जाते थे हाँ। या दोस्तों को भी देते थे, ज्यादातर शागिर्द ही लेके जाते हाँ जी। लेकिन मैंने कई देखे हैं, सुने भी हैं कि कई शागिर्द सिर्फ और सिर्फ कबूतर लेने की खातिर शागिर्द बनते हैं, या अपनी छत बाजी में या किसी कप में एंट्री करवाते हैं सिर्फ और सिर्फ उस्ताद से कबूतर बटोरने के लिए। तो ये बात हकीकत है, इस तरह आपके दौर में भी होता था, मियाँ साहब के दौर में भी इस तरह ही होता था? ये हर आदमी ने लेना देना उसकी नीयत का ही है। हाँ, नीयत का ही है। अगर वो नीयत कुछ, जो कहते हैं ना, जो जैसी नीयत वो वैसी मुराद। ਉਹਨੂੰ ਮੁਰਾਦ ਮਿਲਦੀ ਹੈ। हाँ ਜਿਨ੍ਹਾਂ ਨੇ ਉਸਤਾਦ ਨੂੰ ਅੱਗੇ ਰੱਖ ਕੇ ਉਸਤਾਦ ਨੇ ਸ਼ੌਕ ਨੂੰ ਤਰਜੀਹ ਦਿੱਤੀ, ਅੱਜ ਉਹ ਦੁਨੀਆ ਦੇ ਨਾਮ ਪਾ ਗਏ ਨੇ। पा गए। ਜਿਵੇਂ ਔਰ chairman ਅਸੀਂ ਉਹਨਾਂ ਨੂੰ ਸਾਹਿਬ ਬੜਾ ਨੇ, ਅਪਰੀਸ਼ੀਏਟ ਜਿਵੇਂ ਕਰਨੇ ਆ ਮੀਆਂ ਮਾਸ਼ਾਅੱਲਾ, ਤੇ ਜਿੰਨੇ ਵੀ ਨੇ ਸਾਰੇ ਤੇ ਜਿਨ੍ਹਾਂ ਨੇ ਵੇਖੋ ਨਾ ਪਰਦੇਦਾਰੀ, ਰਾਜ਼ਦਾਰੀ, ਕਬੂਤਰ ਲੈ ਗਿਆ, ਜੋੜੇ 'ਚ ਪਾ ਲਿਆ, ਉਸਤਾਦ ਨੂੰ ਰਿਜ਼ਲਟ ਨਾ ਦਿੱਤਾ, ਉਹ ਗੁਮਨਾਮ ਹੀ ਹੋ ਗਏ ਨੇ। वो उस तरह ही गुमनाम ही है। ਹਾਂ, ਜਿਸ ਤਰ੍ਹਾਂ ਇਹ ਭਾਈ ਨੇ ਗੱਲ ਕੀਤੀ ਹੈ, ਭਾਈ ਚੇਅਰਮੈਨ ਸਾਹਿਬ, जी ਭਾਈ ਤਾਹਿਰ ਭੱਟੀ ਸਾਹਿਬ, ਮਾਸ਼ਾਅੱਲਾ ਇਹਨਾਂ ਨੇ ਉਸਤਾਦ ਦੇ ਨਾਂ ਨੂੰ 4 ਚੰਨ ਲਾਏ ਨੇ। ਤਨਵੀਰ ਭੱਟੀ ਸਾਹਿਬ ਨੇ ਆਣਾ ਸੀ ਮੇਰੇ ਨਾਲ, ਠੀਕ ਲੇਕਿਨ ਹੈ। ਉਹਨਾਂ ਨੂੰ ਫੁਰਸਤ ਹੀ ਨਹੀਂ ਮਿਲੀ। ਹਾਂ ਤੇ ਤਾਹਿਰ ਭੱਟੀ ਸਾਹਿਬ ਦੇ ਭਾਈ ਨੇ, ਤੁਹਾਨੂੰ ਪਤਾ ਹਾਂਜੀ ਹਾਂਜੀ, ਸਾਡੇ ਜੀ ਬੜੇ ਮੁਹਸਨ ਨੇ, ਸਾਡੇ ਸਾਡੇ ਬਜ਼ੁਰਗਾਂ ਨਾਲ, ਮੇਰੇ ਮਾਮੂ ਜੀ ਨਾਲ ਉਹਨਾਂ ਦੀ ਬੜੀ ਮੁਹੱਬਤ ਸੀ ਜੀ। ਫਿਰ ਇਹਨਾਂ ਦੇ ਵਾਲਦ ਸਾਹਿਬ ਵੀ, ਸਾਡੇ ਦਾਦਾ ਜੀ ਨਾਲ ਵੀ ਹਾਂ ਸਹੀ ਪੁਰਾਣੇ ਹੀ ਇਹਨਾਂ ਨਾਲ ਖਾਨਦਾਨੀ तल्लुक ने जी, माशाल्लाह माशाल्लाह हाँ। माशाल्लाह सर। चलिए उस्ताद मोहतरम, बहुत शुक्रिया, आपने बड़ी अच्छी बात की कि जो गुमनाम हो गए हैं वो गुमनाम ही हो गए हैं। हाँ जी। लो जी उस्ताद मोहतरम, भी नेक्स्ट क्वेश्चन आपसे बड़ा मुश्किल क्वेश्चन है, बड़ा आपको इसका एहतियात से जवाब देना पड़ेगा। मेरे ख्याल से आपको तो जवाब इसका आएगा ही नहीं। सवाल यह है कि क्या मियाँ साहब कबूतर का जोड़ा लगाकर और इसके बच्चों को उड़ाकर रिजल्ट चेक करके जोड़ा फाइनल किया करते थे, या अपने इल्म व तजुर्बे की बुनियाद पर जोड़े को फाइनल करते थे? एक दफ़ा का जिक्र है, आपने ये बहुत अच्छा सवाल किया। जी एक दफ़ा का जिक्र है कि डेरे पे बैठे हुए थे जी मियाँ रऊफ साहब, अल्लाह जन्नत नसीब करे, आमीन। ਵਡਾਣਿਆਂ ਤੋਂ ਸਾਡਾ ਚਾਚਾ ਸ਼ਹੀਦਾ ਜਿਹਨੂੰ ਅਸੀਂ ਕਹਿੰਦੇ ਆ, ਅੱਲਾਹ ਪਾਕ ਉਹਨੂੰ ਸਿਹਤ ਦੇਵੇ, ਉਹ ਹਯਾਤ ਨੇ। जी जी ਇਹ ਬਾਬਾ ਸਤਾਰ ਇਹ ਵੀ ਸਾਡੇ ਚਾਚਾ ਜੀ ਨੇ, ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ आमीन, ਦੇਵੇ। आमीन, सुभान। ਇਹਨਾਂ ਨੇ ਸਾਡੇ ਬਜ਼ੁਰਗਾਂ ਦੇ ਨਾਂ ਨੂੰ ਬੜੇ 4 ਚੰਨ ਲਾਏ ਨੇ, ਮਿਹਨਤ ਕੀਤੀ ਹੈ। सही ਸਵਾਲ ਤੁਸੀਂ ਇਹ ਕੀਤਾ ਹੈ ਕਿ ਇਹਨਾਂ ਦਾ ਬੱਚਿਆਂ ਦਾ, हाँ जी ਇਹ ਉਸ ਟਾਈਮ ਉਸ ਵਕਤ ਮੀਆਂ ਰਊਫ ਸਾਹਿਬ ਇਹ ਸਾਰੇ ਬੈਠ ਕੇ ਨਾ ਜੋੜੇ ਲਾਣ ਡਏ ਸਨ, सही ਜੋੜੇ ਨਵੇਂ ਲਾਣ ਡਏ ਸਨ। ਤਕਰੀਬਨ ਕੋਈ 20-25 ਇਹਨਾਂ ਨੇ ਜੋੜੇ ਲਾਏ, ਲਾ ਕੇ ਮੀਆਂ ਰਊਫ ਰਸ਼ੀਦ ਵੀ
ਇਹ ਚਾਚਾ ਸਾਰ ਵੇਲੇ ਹੋ ਗਿਆ ਲਾ ਕੇ ਲਓ ਜੀ ਸਾਜ ਜੀ ਅਸੀਂ ਨਾ ਜੀ ਜੀ ਸਾਰ ਨੇ ਪੁੱਛਿਆ ਹਾਂ ਰਊਫ ਪੁੱਤਰ ਕੀ ਕੀਤਾ ਸਹੀ ਉਹਨੇ ਜੀ ਸਾਜ ਜੀ ਮੁਕੰਮਲ ਕਰ ਲੈਣੇ ਲਾਤੇ ਨੇ ਸਹੀ ਉਹਨੇ ਅਸੀਂ ਯਾਰ ਆ ਤੇ ਲਾ ਦਿੱਤੇ ਹਾਂਜੀ ਤੇ ਯਾਰ ਜਿਹੜਾ ਲਾਉਣ ਵਾਲਾ ਜਿਹਨੇ ਐਂਡ ਕਰਨਾ ਹੈ ਹਾਂਜੀ ਉਹ ਤੂੰ ਲਾਇਆ ਹੀ ਨਹੀਂ ਤੂੰ ਜਿਹੜਾ ਲਾਉਣ ਵਾਲਾ ਸੀ ਉਹ ਲਾਇਆ ਹੀ ਨਹੀਂ ਜਿਹਨੇ ਸਭ ਤੋਂ ਪਿੱਛੋਂ ਰਿਜ਼ਲਟ ਦੇਣਾ ਹੈ ਤੇ ਕੋਰ ਰਸ਼ੀਦ ਵੀ ਸੀ ਬੜਾ ਮਾਸ਼ਾਅੱਲਾ ਮਜ਼ਾ ਹੀ ਆਈ ਉਹਨੇ ਸਾਜ ਜੀ ਇਹ ਜੋੜਾ ਲਾ ਦੇਣਾ ਤੁਸੀਂ ਲਿਖ ਕੇ ਦਿੰਦੇ ਜੇ ਉਹਨੇ ਪੁੱਤਰ ਲਹਾ ਲਾ ਉਹਨੇ ਫਿਰ ਲਿਖੋ ਉਸਤਾਦ ਨੇ ਲਿਖ ਕੇ ਦਿੱਤਾ ਉਹਨੇ ਪੁੱਤਰ 5 ਵਜੇ ਤੋਂ ਬਾਅਦ ਇਹਦਾ ਬੱਚਾ ਬਵੇਗਾ ਅਲਹਮਦੁਲਿਲਾ 5 ਵਜੇ ਤੋਂ ਬਾਅਦ ਹੀ ਉਹ ਬੱਚੇ ਬੈਠੇ ਹੀ ਰਸ਼ੀਦ ਭੱਟੀ ਵਡਾਣੇ ਵਾਲਾ ਅੱਜ ਵੀ ਜ਼ਿੰਦਾ ਹੈ ਤੁਸੀਂ ਉਹਨੂੰ ਕਿਤੇ ਅੱਲਾਹ ਤੁਹਾਨੂੰ ਮਿਲਾਵੇਗਾ ਉਹਨਾਂ ਨੂੰ ਅਸੀਂ ਮਿਲਾਵਾਂਗੇ ਉਹ ਤੁਹਾਨੂੰ ਦੱਸੇਗਾ ਬੜੇ ਬੜੇ ਪਿਆਰੇ ਉਹਦੇ ਕੋਲ ਵੀ ਉਸਤਾਦ ਹਰਾਂ ਦੇ ਵਾਕਿਆਤ ਮਾਸ਼ਾਅੱਲਾ ਉਸਤਾਦ ਜੀ ਤੁਸੀਂ ਕੋਈ ਰੋਸ਼ਨੀ ਪਾਓ ਇਹਦੇ ਤੇ ਵੇਖੋ ਜੀ ਇਹ ਕਹਿਣਾ ਕਿ ਉਸਤਾਦ ਜੋੜਾ ਢਾ ਕੇ ਵੇਖਦਾ ਸੀ ਹਾਂਜੀ ਇਹ ਵੀ ਠੀਕ ਡਾਊਨ ਦੇ ਤੇ ਹਰ ਇੱਕ ਨੂੰ ਹੀ ਉਦੋਂ ਡਾਊਨ ਹੀ ਹੁੰਦਾ ਸੀ ਜਿਹੜਾ ਲਗਾਉਣਾ ਜੀ ਮਗਰ ਉਸਤਾਦ ਦਾ ਇੰਨਾ ਤਜਰਬਾ ਤੇ ਅਕਲ ਸੀ ਹਾਂਜੀ ਤੇ ਇੱਕ ਦਫਾ ਉਸਤਾਦ ਨੂੰ ਅਸੀਂ ਉੱਤੇ ਆਪਦੇ ਸਟੋਰ 'ਚ ਸ਼ੌਕ ਕਰਾਉਣ ਲਈ ਜਾ ਰਹੇ ਆ ਹਾਂਜੀ ਤੇ ਥੱਲੇ ਸੀੜੀਆਂ ਚੜ੍ਹਦੇ ਆ ਮੈਂ ਕਿਹਾ ਉਸਤਾਦ ਜੀ ਕੋਈ ਜੋੜਾ ਹੀ ਇੱਥੇ ਸਾਡਾ ਲਗਾ ਜੋ ਹਾਂਜੀ ਉਸਤਾਦ ਨੇ ਸੀੜੀਆਂ ਚੜ੍ਹਦਿਆਂ ਇਸ਼ਾਰਾ ਕੀਤਾ ਨੇ ਕਿਹਾ ਉਹ ਨਰ ਉਹ ਮਾਦੀ ਉਹ ਨਰ ਕਿਸੇ ਹੋਰ ਨਾਲ ਲੱਗਾ ਅਸੀਂ ਮਾਦੀ ਕਿਸੇ ਹੋਰ ਨਾਲ ਲੱਗੀ ਸੀ ਸਹੀ ਉਹਨਾਂ ਕਿਹਾ ਇਹਨਾਂ ਦੋ ਨੂੰ ਲਗਾ ਦੇਣਾ ਉਹ ਜਿਵੇਂ ਉਸਤਾਦ ਜੀ ਗਿਆ ਹਾਂ ਤੋੜਿਆ ਜੋੜਾ ਉਹ 2 ਦਿਨ ਉਹਨਾਂ ਨੂੰ ਰੈਸਟ ਦਿੱਤੀ ਲਗਾਤਾ ਉਹਦੇ ਬੱਚੇ ਨਿਕਲੇ ਉਹ ਰਾਤ ਹੀ ਪੈਣ ਉਹਨਾਂ ਦਾ ਨਾਂ ਹੀ ਬੱਤੀਆਂ ਬਾਲੋ ਵਾਲਾ ਰੱਖਿਆ ਗਿਆ ਬਾਲੋ ਬੱਤੀ ਬਾਲੋ ਬੱਤੀਆਂ ਜੀ ਉਹ ਜਿਹੜੇ ਮਸ਼ਹੂਰ ਹੋਏ ਨੇ ਸਾਡੇ ਪੂਰੀ ਦੁਨੀਆ ਦੇ ਉੱਤੇ ਬਾਲੋ ਬੱਤੀਆਂ ਉਹਨਾਂ ਦਾ ਟਾਈਮ ਆ ਗਿਆ ਅੱਛਾ ਬਾਲੋ ਬੱਤੀ ਬਾਲੋ ਹਾਂ, ਬੱਤੀਆਂ ਉਹ ਬਹਿ ਜਾਣਾ ਉਸਤਾਦ ਜੀ ਨਾਮ ਤੇ ਰਹਿਣਾ ਉਸਤਾਦ ਦਾ ਕਿ ਉਸਤਾਦ ਜੀ ਡਾ ਕੇ ਦੇਖਦਾ ਸੀ ਉਸਤਾਦ ਤੇ ਜਦੋਂ ਬੱਚੇ ਨਿਕਲਦੇ ਸੀ ਨਾ ਜੋੜੇ ਦੇ ਉੱਥੇ ਹੀ ਕਈ ਜੋੜੇ ਤੋੜ ਦਿੰਦਾ ਸੀ ਇੰਨਾ ਵਸੀ ਤਜਰਬਾ ਹੀ ਕਿਉਂ ਕਹਿੰਦਾ ਸੀ ਨਹੀਂ ਯਾਰ ਇਹ ਨਹੀਂ ਠੀਕ ਨਿਕਲੇ ਹਾਲੇ ਕਿ ਲਗਾਏ ਅੱਛੇ ਹੁੰਦੇ ਕਹਿੰਦਾ ਸੀ ਕਿਸੇ ਵੇਲੇ ਅੱਛੇ ਲਗਾਏ ਵੀ ਗੰਦੇ ਨਿਕਲ ਆਉਂਦੇ ਨੇ ਮਾਠੇ ਨਿਕਲ ਆਉਂਦੇ ਨੇ ਇਹਦੇ ਨਾਲ ਨਾਲ ਇੱਕ ਦਫਾ ਕੀਤੀ ਜਾਈ ਗੱਲ ਦੇ ਕਿ ਜਿਹੜੇ ਵੱਡੇ ਦਾਦਾ ਹੀ ਸਨ ਮੀਆਂ ਰਸ਼ੀਦ ਸਾਹਿਬ ਹਾਂਜੀ ਤੇ ਉਹ ਇੱਕ ਦਫਾ ਨਾ ਆਏ ਬੈਠੇ ਡੇਰੇ ਦੇ ਉੱਤੇ ਤੇ ਮੀਆਂ ਨਜ਼ੀਰ ਸਾਹਿਬ ਕਹਿਣ ਲੱਗੇ ਕਿ ਤਾਇਆ ਜੀ ਤੁਹਾਡਾ ਉਹ ਪਿਛਲਾ ਦੌਰ ਤੁਸੀਂ ਕਿਹੜੇ ਕਬੂਤਰ ਨੂੰ ਜੋੜੇ ਨੂੰ ਜ਼ਿਆਦਾ ਤਰਜੀਹ ਦਿੰਦੇ ਹਜੇ ਪਸੰਦ ਕਰਦੇ ਹਜੇ ਇਹ ਮੈਂ ਉਹਨਾਂ ਦੀ ਗੱਲ ਤੋਂ ਗੱਲ ਕੀਤੀ ਕਿ ਸਬਦਰ ਨੇ ਦੱਸਿਆ ਕਿ ਲਗੇ ਜਾਂਦੇ ਉਹਨਾਂ ਨੇ ਦੱਸਤਾ ਉਹਨਾਂ ਪੁੱਤਰ ਨਜ਼ੀਰ ਉਹ ਕਬੂਤਰ ਖੁੱਡੇ 'ਚ ਰੱਖਿਆ ਕਰ ਜਾਂ ਉਹਦਾ ਜੋੜਾ ਲਾਇਆ ਕਰ ਜਿਹੜਾ ਇਹ ਛਾਤੀ ਕੱਢ ਕੇ ਖਲੋਵੇ ਸਹੀ 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 ਇਹ ਉਹਨਾਂ ਨੇ ਜਿਵੇਂ ਇੱਕ ਪੁਆਇੰਟ ਉਸਤਾਦ ਨਜ਼ੀਰ ਦੀ ਜ਼ਿੰਦਗੀ 'ਚ ਉਹਨਾਂ ਨੇ ਨਾ ਕਹਿ ਲੋ ਕਿ ਠੋਕਰਾ ਖਾ ਕੇ ਉਹ ਗੋਲ ਹੋ ਗਿਆ ਸਨ ਵੀ ਉਹਨਾਂ ਆਪਦੇ ਤਾਇਆ ਜੀ ਤੋਂ ਵਾਲਦ ਸਾਹਿਬ ਤੋਂ ਸਾਡੇ ਪੜਦਾਦਾ ਜੀ ਮਤਲਬ ਹਯਾਤ ਸਨ ਉਸ ਵਕਤ ਮੀਆਂ ਮੁਹੰਮਦ ਰਮਜ਼ਾਨ ਸਾਹਿਬ ਸਹੀ ਸਹੀ ਵੀ ਉਹਨਾਂ ਨੇ ਹਰ ਚੀਜ਼ ਜਿਹੜੀ ਸੀ ਨਾ ਆਪਣੇ ਬਜ਼ੁਰਗਾਂ ਤੋਂ ਉਹਨਾਂ ਨੇ ਹਾਸਲ ਕੀਤੀ ਸਹੀ ਤੇ ਮਾਸ਼ਾਅੱਲਾ ਸਵਾਲ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਸੀ ਉਹ ਮੁਕੰਮਲ ਕਰ ਦਿੱਤਾ ਜਨਾਬ ਹੋਰ ਕੋਈ ਹੈਗਾ ਜੇ ਤੇ ਹੋਰ ਦੱਸੋ 2-3 ਚੀਜ਼ਾਂ ਬਹੁਤ ਅੱਛੀਆਂ ਲੱਭੀਆਂ ਨੇ ਇੱਕ ਤੇ ਮੀਆਂ ਸਾਹਿਬ ਉਡਾ ਕੇ ਖਾਲੀ ਜੋੜੇ ਚ ਨਹੀਂ ਸੀ ਪਾਉਂਦੇ ਉਹ ਚੱਲਦੇ ਵੀ ਜੋੜਾ ਲਾਉਂਦੇ ਸੀ ਤੇ ਉਹ ਵੀ ਮਾਸ਼ਾਅੱਲਾ ਬਾਲੋ ਬੱਤੀਆਂ ਮਸ਼ਹੂਰ ਹੋ ਹਾਂ ਬਿਲਕੁਲ ਜੀ ਬਾਲੋ ਬੱਤੀਆਂ ਮਸ਼ਹੂਰ ਸੀ ਮਗਰ ਉਦੋਂ ਰਿਵਾਜ ਹੀ ਡਾਊਨ ਦਾ ਸੀ ਸਹੀ ਉਹਨਾਂ ਨੇ 40-45 ਜੋੜੇ ਲਾਏ ਨੇ ਸਟੋਰਾਂ ਚ ਹੁੰਦਾ ਭਾਵੇਂ 200 ਲਗਾ ਫਿਰਦਾ ਸਹੀ ਉਹ ਕਹਿਣਾ ਵੀ ਇੰਨੇ ਲਾ ਕੇ ਤੇ ਇਹਨਾਂ ਨੂੰ ਕਿੱਥੇ ਢਾਲਣਾ ਗਿਆ ਖੁੱਡਿਆਂ ਚ ਸਹੀ ਤੇ ਮਗਰ ਉਹ 30-40 ਜੋੜੇ ਹੁੰਦੇ ਸੀ ਕਿਸੇ ਨੂੰ ਗਿਫਟ ਵੀ ਦੇਣਾ ਅੱਖਾਂ ਮੀੜ ਕੇ ਬੱਚਾ ਨਿਕਲਿਆ ਫੜ ਕੇ ਦੇ ਦੇਣਾ ਜਾ ਯਾਰ ਲੈ ਜਾ ਸਹੀ ਮਗਰ ਉੜਦਾ ਸੀ ਜਿੰਦੇ ਕੋਲ ਵੀ ਜਾਣਾ ਉੜਦਾ ਸੀਗਾ ਕੰਮ ਦਿਖਾਉਂਦਾ ਸੀ ਕੰਮ ਦਿਖਾਉਂਦਾ ਸੀ सही सही क्योंकि उन्होंने अल्लाह ताला ने बहुत अच्छा आपने जवाब दिया मियाँ साहब की खास करके मेरे दिल में भी ये कन्फ्यूजन था मेरे दिल में भी कि वो कबूतर को उड़ा के जोड़ा बनाते थे तजुर्बा करके तो ये आपने बड़ी अच्छी बात बताई कि वो चलते चलते भी जोड़ा लगाते थे एक दफा का जिक्र है कि एक साडा कबूतर निकलिया इतना हसीनो जमील बच्चा कबूतर होया जवान जी ते मैं ना उस्ताद नूं विखाता मैं कहा उस्ताद जी ये वेखो कैसा सही उस्ताद ने ना वेख के उन्हें क्या उतर ये वेखो कितना खूबसूरत है सीनो जमील है उन्हें क्या एक हद ते आके खलो गया ये जिवें कहंदे ना पता नहीं इधर डिग पवे कि पता नहीं जे चंगा निकलिया ते इहदे तो दुनिया दा चंगा घट ही कोई इहनूं जितेगा सही ते जे गंदा निकलिया ते इहदे तो घट गंदा होवेगा सही मगर वो जदों वो गंदा ही निकल आया सही ये नहीं उस्ताद ने कहा कि 12 बजे बहेगा 2 बजे बहेगा 3 बजे बहेगा उन्हें क्या एक हद होंदी। अच्छा उस्ताद मतलब आपसे एक बड़ा दिलचस्प सवाल है ये जी कि क्या मियाँ साहब क्रॉस पर यकीन रखते थे या प्योर कबूतर बनाना ही पसंद करते थे?
ਵੇਖੋ ਜੀ ਉਹ ਉਹਨਾਂ ਦਾ ਖੈਰ ਨਾਲ ਕਰਾਸ ਵੀ ਦਿੰਦੇ ਸੀ। ਇਹ ਸਾਰੇ ਜਿੰਨੇ ਬਣੇ ਨੇ, ਟੈਡੀ ਨੇ, ਡਾਹ ਵਾਲੇ ਨੇ, 골ਡਨ ਨੇ, ਜੀ ਕਰਾਸ ਤੇ ਉਹ ਹਰ ਇੱਕ ਜੋ ਗੁਜ਼ਾਰਦੇ ਸੀ। ਅੱਛਾ ਕ੍ਰਾਸ ਕੀਤੇ ਤੇ ਮੇਨਟੇਨ ਹੋ ਗਿਆ ਨਾ, ਲਫ਼ਜ਼ ਉਹਨਾਂ ਦਾ ਇੱਕ ਮੇਨਟੇਨ ਦਫਾ ਅੱਜ ਵੀ ਦੁਨੀਆ ਨੂੰ ਯਾਦ ਦਫਾ ਹੈ। ਨਾ ਬੜਾ ਖੂਬਸੂਰਤ ਅਸੀਂ 골ਡਨ ਕਬੂਤਰੀ ਫੜ ਲਈ, ਅੱਛਾ ਇਤਨੀ ਖੂਬਸੂਰਤ ਕਿ ਬਹੁਤ ਕੰਮ ਹੈ। ਤੇ ਉਸਤਾਦ ਵੀ ਕੁਦਰਤੀ ਉਹ ਆ ਗਿਆ ਸਾਡੇ ਕੋਲ ਜੀ ਜੀ ਤੇ ਮੈਂ ਕਿਹਾ ਉਸਤਾਦ ਜੀ ਵੇਖੋ ਕਿੰਨੀ ਖੂਬਸੂਰਤ ਕਿਸੇ ਨੇ ਤੁਹਾਡੀ ਕਬੂਤਰੀ ਆਪਣੀ ਨਸਲ ਦੀ ਬਣਾਈ ਹੈ। ਬਿਲਕੁਲ ਸਹੀ ਵੀ ਉਸਤਾਦ ਨੇ ਕਿਹਾ ਬੱਚਿਆ ਇਹ ਆਪਣੀ ਇਹਦੇ ਚ ਕਰਾਸ ਹੀ ਨਹੀਂ ਹੈਗਾ। ਸਹੀ ਮੈਂ ਕਿਹਾ ਕਿਉਂ? ਉਹਨੇ ਕਿਹਾ ਤੂੰ ਅੱਜ ਜਿੰਦੀ ਛਾਤੀ ਦੇ ਗੋਸ਼ਤ ਨਾ ਹੋਏਗਾ ਉਹਦੇ ਚ ਤੇਰੇ ਘਰ ਦਾ ਕਰਾਸ ਹੀ ਨਹੀਂ ਹੋਣਾ। ਸਹੀ ਉਹਨੇ ਕਿਹਾ ਵੇਖ ਖੂਬਸੂਰਤ ਠੀਕ ਹੈ ਜਿੰਦੀ ਵੀ ਹੈ ਮਗਰ ਇਹਨਾਂ 'ਚ ਆਪਣਾ ਬਿਲਕੁਲ ਕਰਾਸ ਨਹੀਂ ਹੈਗਾ। ਸਹੀ ਵੇਖੋ ਉਸਤਾਦ ਦੇ ਸਹੀ, ਸਹੀ। ਤਜਰਬੇ ਮਾਸ਼ਾਅੱਲਾ ਉਹਨਾਂ ਦੇ ਤਜਰਬੇ ਵਸੀ ਮਗਰ ਉਹਨਾਂ ਨੇ ਕਰਾਸ ਤੇ ਦਿੰਦੇ ਸੀ। ਵੇਖੋ ਜੀ ਉਹਨਾਂ ਨੇ ਟੈੜੀਆਂ 'ਚ ਮਿੱਸਿਆਂ ਦਾ ਵੀ ਪਾਇਆ, ਜਿਹੜੇ ਲਾਲ ਮਿੱਸੇ ਦਾ ਪਰ ਕੱਢ ਲੈਂਦੇ ਨੇ ਮਗਰ ਉਹ ਰਹਿ ਟੈੜੀ। ਰੇਟ ਆੜੀ ਹਾਂ ਮਗਰ ਉਹਨਾਂ ਨੇ ਕਈ ਕਰਾਸ ਦਿੰਦੇ ਸੀ। ਕਰਾਸ ਟੈੜੀ ਨੂੰ ਤਾਂ ਵੇਖ ਕੇ ਕੋਈ ਫੜਦਾ ਹੀ ਨਹੀਂ ਸੀ ਹੁੰਦਾ, ਕਰਾਸ ਹੀ ਕਬੂਤਰ ਮੇਨਟੇਨ ਹੋ ਆ ਮੇਨਟੇਨ ਹੁੰਦਾ। ਮਗਰ ਫਿਰ ਉਹਨੇ ਜਦੋਂ ਇੱਕ ਅੱਧਾ ਵਿੱਚ ਕਰਾਸ ਦੇ ਦਿੱਤਾ ਉਹਨੇ ਵਾਪਸ ਅਸਲਾ 'ਚ ਲੈ ਜਾਣਾ ਆਪਦਾ। ਅੱਛਾ ਮਗਰ ਫਿਰ ਉਹਨੂੰ ਬਾਰ-ਬਾਰ ਨਹੀਂ ਦੇਣਾ, ਇਧਰੋਂ ਵੀ ਲਿਆਓ ਕਰਾਸ, ਇਧਰੋਂ ਵੀ ਲਿਆਓ। ਵਿੱਚੋਂ ਕੋਈ ਇੱਕ ਅੱਧਾ ਹੀ ਗੁਜ਼ਾਰਦਾ ਸੀ ਜਿਹੜਾ ਉਹ ਵੀ ਉਹਦੇ ਮਿਆਰ ਦਾ ਹੋਵੇ। ਅਗਰ ਜ਼ਿਆਦਾ ਕਰਾਸ ਦੇ ਦਈਏ ਜਾਂ ਤਾਂ ਕਬੂਤਰ ਉਹ ਫਿਰ ਉਹਨਾਂ ਦੇ ਰੰਗ ਵੀ ਬਦਲ ਜਾਂਦੇ ਨੇ, ਹਰ ਚੀਜ਼ ਬਦਲ ਜਾਂਦੀ ਹੈ, ਸੰਭਾਲਣਾ ਮੁਸ਼ਕਲ ਹੋ ਜਾਂਦਾ, ਆਵਾਜ਼ਾਂ ਤੇ ਵੱਧਦੀਆਂ ਜਾਣਗੀਆਂ। ਹਾਂਜੀ ਫਿਰ ਬੈਕ ਮਗਰ ਅੱਗੇ ਤੇ ਪਿੱਛੇ ਉਸਤਾਦ ਉਹਨਾਂ ਨੂੰ ਆਪਣਾ- ਕਰਕੇ ਬੜਾ ਔਖਾ ਹੋ ਜਾਂਦਾ ਉਹਨਾਂ ਨੂੰ ਮੇਨਟੇਨ ਕਰਨਾ। ਸਹੀ ਹਾਂ, ਸਹੀ ਤੇ ਮਗਰ ਉਹ ਆਪਦਾ ਅਸਲ ਵੀ ਨਹੀਂ ਗਵਾਉਂਦੇ, ਰੱਖਦੇ ਅਸਲ ही सी। अच्छा सर जी आखिरी सवाल आपसे करूंगा, बड़ा दिलचस्प और बड़ा मजेदार सवाल है ये कि मियाँ साहब की तो हर दूसरा बंदा तारीफ करता है, मैं भी करता हूँ, आप भी बैठे कर रहे हैं, ठीक है ना, पूरी बात हर दूसरा बंदा उनकी तारीफ करता है। कभी मियाँ साहब को भी किसी की तारीफ करते सुना था आपने? हाँ माशाल्लाह जी, उन्होंने बहुत तारीफ की है हमारे दोस्तों की, जो हमारे बुजुर्गों के दोस्त थे। जी मसलन हकीम सफदर साहब माशाल्लाह कसूर की बड़ी नामवर शख्सियत है। बहुत सियाने फिर वाले से उनकी तारीफ, फिर अपना जो आए खासी जो है उस्ताद करीम बख्श साहब, जी फिर लाला जुआए खां साहब, सही माशाल्लाह ये बड़ा उस्ताद साहब इन लोगों का जिक्र करते थे और हम भी अक्सर वो आते भी थे। सही हम उनको बहुत अप्रिशिएट करते हैं। अल्लाह पाक जो भी इस दुनिया से चले गए हैं अल्लाह उनको जन्नत नसीब करे। हकीम सफदर भी करते थे उनकी, ये भी हमारे, बेशक ये हमारे रीफ थे, हाँ जी लेकिन ये अच्छे रीफ थे, उड़ाने में हमें इनके साथ मजा आता था। ਕਬੂਤਰਬਾਜ਼ ਸੀ ਮਿਸਤਰੀ ਦੀਨ ਸਾਹਿਬ ਤੇ ਉਹਨਾਂ ਦੇ ਸਿਰੋਂ ਡਾਊਨ ਤੱਕ ਉਸਤਾਦ ਸੀ। ਠੀਕ ਹੀ ਉਹਨਾਂ ਦੇ ਘਰ ਜੋ ਵੀ ਹੋਵੇ ਮਗਰ ਸਹੀ ਤੇ ਉਹਨਾਂ ਦੇ ਕਬੂਤਰਬਾਜ਼ ਜਿਹੜੇ ਦੋ ਸੀ, ਬਾਊ ਛੀਦਾ ਤੇ ਮਿਸਤਰੀ ਛੀਦਾ ਰਸ਼ੀਦ, ਦੋਨੋਂ ਦੇ ਚਾਚਾ ਸਾਹਿਬ ਭਾਈ ਸੀ। ਜਿਵੇਂ ਉਹ ਹੀ ਜਿਵੇਂ ਮੀਆਂ ਸਾਹਿਬ ਜੋੜਿਆਂ ਦੀ ਮੇਨਟੇਨ ਕਰਨੀ ਹੈ ਜਾਂ ਜੋ ਵੀ ਕਰਨਾ ਉਹਨਾਂ ਦਾ ਸੀ। ਵੱਡੇ ਤੇ ਉਹਨਾਂ ਦੇ ਬਜ਼ੁਰਗ ਮਿਸਤਰੀ ਸਿਰਫ ਜਿਵੇਂ ਆਪਦੇ ਟਾਈਮ ਕੱਢ ਕੇ ਗੋਲੀ ਪਾਣੀ ਤੇ ਹੀ ਆਉਂਦੇ ਸੀ टाइम ਤੇ। सही सही मतलब कि अच्छे उस्ताद ग्राम में जो आपने नाम लिया है, हाँ जी, उनको वही से फिर दोबारा एक बार रिपीट कर दे जरा। जो ये हकीम सफदर साहब, जी जी बाबा उस्ताद करीम बख्श साहब, जी ते अपना जुआए खान साहब जुआए खान साहब, साहब बड़ी नामवर शख्सियत। एक और बड़ी नामवर शख्सियत थी, जी अल्लाह पाक उनको जन्नत फिरदौस में जगह दे। खान दिलावर खान साहब, लाहौर वाले, लाहौर वाले, हाँ जी क्या बात है जी। सही सही उनकी, आप कह सकते हैं कि वो रोजाना ही आते थे, अच्छा माशाल्लाह, हफ्ते में तो उन्होंने आना ही आना है। सही 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 इतनी दादा जान से उनकी मोहब्बत थी, इतनी मोहब्बत थी। और उस्ताद मियां नजीर साहब से भी बड़े अच्छे आदमी थे, उस्ताद दिलावर खान साहब। सही सही ये हमारे बुजुर्ग अक्सर इनको याद करते हैं। माशाल्लाह उस्ताद मोहतरम, आपसे गुफ्तगू करके बड़ा अच्छा लगा। यकीन करें कि आपने दिल खुश कर दिया आज, ठीक है। मैं आपका तहे दिल से शुक्रगुजार हूँ कि आपने बहुत अच्छा प्रोग्राम किया, बहुत अच्छी बातें बताई, बड़ी सुलझी हुई बातें बताई। और सबसे मज़ेदार आपके प्रोग्राम में, आपकी बातों में ये था कि आपकी बातों में हर किसी के लिए मोहब्बत ही थी, हर शौकीन के लिए मोहब्बत ही आपने निशावर की है। तो होना भी ऐसे चाहिए, ठीक है ना। ये शौक़ है, इसे हम सर धड़की बाजी लोग बना लेते हैं,
तो मैं तो कहता हूँ ऐसे लोगों के साथ बाईकाट होना चाहिए जो इस शौक को अना का मसला बनाए। तो मैं आपका तहे दिल से शुक्रगुजार हूँ। मैं उम्मीद करता हूँ कि दोस्तों को ये वीडियो ज़रूर पसंद आएगी दोस्तों, और आप भी इस वीडियो में अच्छे अच्छे कमेंट्स कीजिएगा, और उस्ताद जमील साहब के लिए भी दुआ कीजिएगा, उस्ताद डॉक्टर सफदर साहब के लिए भी दुआ कीजिएगा, और आप इनसे अच्छे अच्छे सवाल करें तो ताकि मैं दोबारा इनके साथ प्रोग्राम करूं, ऐसे ही दिलचस्प प्रोग्राम इनके साथ दोबारा करूं, मज़ा आए, आप भी लोग लुत्फ़अंदोज़ हो। जो पाकिस्तान से बाहर बैठे हुए हैं हमारे ओवरसीज़ पाकिस्तानी, तो वो भी बहुत ज़्यादा लुत्फ़अंदोज़ होते हैं, तो बड़े क्वेश्चन भी करते हैं माशाल्लाह। तो आप भी अच्छे अच्छे कमेंट्स कीजिएगा ताकि उस्ताद जी से जल्द प्रोग्राम कर सकूँ। तो नेक्स्ट उस्ताद जी आप हमें अपनी रोजा ब्रीड का शो करवाएंगे इंशाल्लाह जरूर जी करवाएंगे। जो और- भी ब्लीड है इंशाल्लाह हर ब्लीड का आपको शौक सर हमने आपकी साधना तो देख ली, अब रोजा रह गई है। हाँ जी, रोजा तो वो आप हाँ जी, पंजाबी में जवाब दिया, वरना ढिड फाड़ देगा। चलिए दोस्तों, हाँ। फिर मिलेंगे किसी नई वीडियो के साथ, तब तक के लिए इजाजत दे। पाकिस्तान जिंदाबाद, खुदा हाफिज दोस्तों।